ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਸ਼ਿਸ਼ਟ ਜੀ ਮਹਾਰਾਜ ਆਪਣੇ ਆਸ਼ਰਮ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਣੀ ਆਦਿ ਕਰਕੇ ਆਪਣੇ ਨਿਤਨੇਮ ਦੇ ਵਿੱਚ ਲੱਗਦੇ ਨੇ। ਜਿਹਦੇ ਬਾਅਦ ਰਾਮ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਨੇ ਅਤੇ ਫਿਰ ਵਸ਼ਿਸ਼ਟ ਜੀ ਉਹਨਾਂ ਨੂੰ ਸਵਾਲ ਪੁੱਛਦੇ ਨੇ। ਫਰਮਾਉਂਦੇ ਨੇ, ਹੇ ਰਘੁਨੰਦਨ, ਮੈਂ ਜੋ ਤੁਹਾਨੂੰ ਉਪਦੇਸ਼ ਕੀਤਾ ਹੈ ਉਹ ਤੁਹਾਨੂੰ ਕੁਛ ਯਾਦ ਹੈ? ਉਹ ਬਚਨ ਪਰਮਾਰਥ ਬੋਧ ਦੇ ਕਾਰਨ ਆਨੰਦ ਰੂਪ ਅਤੇ ਬਹੁਤ ਗੰਭੀਰ ਹਨ। ਹੁਣ ਹੋਰ ਵੀ ਬੋਧ ਦੇਣ ਵਾਲੇ ਅਤੇ ਅਗਿਆਨ ਰੂਪੀ ਵੈਰੀ ਦੇ ਨਾਸ਼ ਕਰਨ ਵਾਲੇ ਬਚਨਾਂ ਨੂੰ ਸੁਣੋ। ਲਗਾਤਾਰ ਆਤਮ ਸਿਧਾਂਤ ਸ਼ਾਸਤਰ ਮੈਂ ਤੁਹਾਨੂੰ ਅਖਾਉਂਦਾ ਹਾਂ। ਹੇ ਰਾਮ ਜੀ, ਜੀਵ ਵੈਰਾਗ ਅਤੇ ਤੱਤ ਦੇ ਵਿਚਾਰ ਨਾਲ ਸੰਸਾਰ ਸਮੁੰਦਰ ਨੂੰ ਪਾਰ ਕਰਦਾ ਹੈ। ਪੂਰਨ ਤੱਤ ਦੇ ਬੋਧ ਨਾਲ ਜਦ ਮੁਸ਼ਕਿਲ ਨਾਲ ਸਮਝ ਆਉਣ ਵਾਲਾ ਬੋਧ ਨਿਵਰਤ ਹੋ ਜਾਂਦਾ ਹੈ, ਤਦ ਵਾਸ਼ਨਾ ਦਾ ਪ੍ਰਭਾਵ ਨਸ਼ਟ ਹੋ ਜਾਂਦਾ ਹੈ ਅਤੇ ਪਰਮਾਨੰਦ ਦਰਜਾ ਹਾਸਲ ਹੁੰਦਾ ਹੈ। ਉਹ ਦਰਜਾ ਦੇਸ਼ ਕਾਲ ਅਤੇ ਵਸਤੂ ਦੀ ਵੰਡ ਤੋਂ ਰਹਿਤ ਹੈ। ਉਹ ਸਿਰਫ ਇੱਕ ਬ੍ਰਹਮ ਜਗਤ ਵਿੱਚ ਵਿਆਪਕ ਹੈ ਅਤੇ ਭਰਮ ਕਰਕੇ ਦਵੈਤ ਵਾਂਗ ਪ੍ਰਤੀਤ ਹੁੰਦਾ ਹੈ। ਉਹ ਸਾਰੇ ਭਾਵਾਂ ਤੋਂ ਅਟੁੱਟ ਸਰਬ ਵਿਆਪਕ ਬ੍ਰਹਮ ਹੈ। ਇਸ ਤਰ੍ਹਾਂ ਮਹਾਨ ਸਰੂਪ ਜਾਣ ਕੇ ਸ਼ਾਂਤੀ ਦੀ ਅਵਸਥਾ ਨੂੰ ਪਾਓ। ਹੇ ਰਾਮ, ਸਿਰਫ ਬ੍ਰਹਮ ਤੱਤ ਆਪਣੇ ਆਪ ਵਿੱਚ ਵਿਆਪਕ ਹੈ। ਨਾ ਕੁਛ ਚਿੱਤ ਹੈ, ਨਾ ਅਵਿਦਿਆ ਹੈ, ਨਾ ਮਨ ਹੈ, ਨਾ ਜੀਵ ਹੈ। ਇਹ ਸਾਰਾ ਫੁਰਨਾ ਬ੍ਰਹਮ ਵਿੱਚ ਭਰਮ ਕਰਕੇ ਫੁਰਦਾ ਹੈ। ਜੋ ਸਪੰਦ ਫੁਰਨਾ ਦ੍ਰਿਸ਼ ਅਤੇ ਚਿੱਤ ਹੈ, ਸੋ ਕਲਣਾ ਰੂਪ ਭਰਮ ਹੈ। ਸਿਰਫ ਬ੍ਰਹਮ ਵਿੱਚ ਕੋਈ ਪਦਾਰਥ ਨਹੀਂ। ਹੇ ਰਾਮ, ਸਵਰਗ, ਪਾਤਾਲ ਅਤੇ ਧਰਤੀ ਵਿੱਚ ਸਦਾ ਸ਼ਿਵ ਤੋਂ ਤ੍ਰਿਣ ਤੱਕ ਜੋ ਕੁਝ ਦਿਸਦਾ ਹੈ, ਉਹ ਸਭ ਪਾਰ ਬ੍ਰਹਮ ਸਰੂਪ ਹੈ, ਗਿਆਨ ਸਰੂਪ ਹੈ। ਪਾਰ ਬ੍ਰਹਮ ਤੋਂ ਇਲਾਵਾ ਹੋਰ ਕੋਈ ਨਹੀਂ। ਉਦਾਸੀਨ ਅਤੇ ਮਿੱਤਰ, ਰਿਸ਼ਤੇਦਾਰ ਤੋਂ ਲੈ ਕੇ ਸਭ ਕੁਝ ਬ੍ਰਹਮ ਸਰੂਪ ਹੈ। ਜਦ ਤੱਕ ਅਗਿਆਨਤਾ ਕਰਕੇ ਜਗਤ ਵਿੱਚ ਬੁੱਧੀ ਸਥਿਤ ਹੈ ਅਤੇ ਬ੍ਰਹਮ ਭਾਵ ਵਿੱਚ ਵਖਪੁਣਾ ਹੈ, ਤਦ ਤੱਕ ਚਿੱਤ ਆਦਿ ਦੀ ਕਲਣਾ ਹੁੰਦੀ ਹੈ। ਜਦ ਤੱਕ ਦੇਹ ਵਿੱਚ ਅਹੰਕਾਰ ਹੈ ਅਤੇ ਅਨਾਤਮ ਦ੍ਰਿਸ਼ ਵਿੱਚ ਮਮਤਾ ਹੈ, ਤਦ ਤੱਕ ਚਿੱਤ ਆਦਿਕ ਦਾ ਭਰਮ ਹੁੰਦਾ ਹੈ। ਅਤੇ ਜਦ ਤੱਕ ਸੰਤ ਜਨ ਅਤੇ ਸੱਚੇ ਸ਼ਾਸਤਰਾਂ ਦੇ ਉਪਦੇਸ਼ ਨਾਲ ਉੱਚੇ ਦਰਜੇ ਨੂੰ ਜੀਵ ਨਹੀਂ ਪਾਉਂਦਾ ਅਤੇ ਮੂਰਖਤਾ ਖਤਮ ਨਹੀਂ ਹੁੰਦੀ, ਤਦ ਤੱਕ ਚਿੱਤ ਆਦਿਕ ਦਾ ਭਰਮ ਹੁੰਦਾ ਹੈ। ਹੇ ਰਾਮ, ਜਦ ਤੱਕ ਦੇਹ ਅਭਿਮਾਨ ਨਸ਼ਟ ਨਹੀਂ ਹੁੰਦਾ, ਸੰਸਾਰ ਦੀ ਭਾਵਨਾ ਨਹੀਂ ਮਿਟਦੀ ਅਤੇ ਪੂਰਨ ਗਿਆਨ ਰਾਹੀਂ ਸਥਿਤੀ ਪ੍ਰਾਪਤ ਨਹੀਂ ਹੁੰਦੀ, ਜਦ ਤੱਕ ਚਿੱਤ ਆਦਿਕ ਪ੍ਰਗਟ ਹਨ, ਤਦ ਤੱਕ ਜੀਵ ਅਗਿਆਨ ਕਰਕੇ ਅੰਨਾ ਹੋ ਕਰਕੇ ਵਿਸ਼ਿਆਂ ਦੇ ਪ੍ਰਭਾਵ ਨਾਲ ਬੇਹੋਸ਼ ਰਹਿੰਦਾ ਹੈ ਅਤੇ ਮੋਹ ਮੂਰਛਾ ਕਰਕੇ ਨਹੀਂ ਉੱਠ ਪਾਉਂਦਾ। ਤਦ ਤੱਕ ਚਿੱਤ ਆਦਿਕ ਦਾ ਫੁਰਨਾ ਹੁੰਦਾ ਹੈ। ਹੇ ਰਾਮ, ਜਦ ਤੱਕ ਆਸ ਰੂਪੀ ਵਿਹੋ ਦੀ ਗੰਧ ਹਿਰਦੇ ਰੂਪੀ ਬਨ ਵਿੱਚ ਹੁੰਦੀ ਹੈ, ਤਦ ਤੱਕ ਵਿਚਾਰ ਰੂਪੀ ਚਕੋਰ ਨਹੀਂ ਪ੍ਰਾਪਤ ਹੁੰਦਾ ਅਤੇ ਭੋਗ ਵਾਸ਼ਨਾ ਨਹੀਂ ਮਿਟਦੀ। ਜਦ ਭੋਗਾਂ ਦੀ ਆਸ ਮਿਟ ਜਾਂਦੀ ਹੈ ਅਤੇ ਸੱਚ, ਸੀਤਲਤਾ ਅਤੇ ਸੰਤੋਖ ਹਿਰਦੇ ਵਿੱਚ ਪੈਂਦਾ ਹੁੰਦਾ ਹੈ, ਤਦ ਚਿੱਤ ਰੂਪੀ ਵਹਿਮ ਨਿਵਰਤ ਹੋ ਜਾਂਦਾ ਹੈ। ਜਦ ਜੀਵ ਦਾ ਮੋਹ ਅਤੇ ਤ੍ਰਿਸ਼ਨਾ ਨਿਵਰਤ ਹੋ ਕੇ ਨਿਤ ਅਭਿਆਸ ਹੋ ਜਾਂਦਾ ਹੈ, ਤਦ ਚਿੱਤ ਸ਼ਾਂਤ ਭੂਮਿਕਾ ਨੂੰ ਪ੍ਰਾਪਤ ਹੁੰਦਾ ਹੈ। ਹੇ ਰਾਮ, ਜੋ ਮਨੁੱਖ ਸਰੂਪ ਵਿੱਚ ਸਥਿਤ ਹੁੰਦਾ ਹੈ, ਉਹ ਆਪਣੇ ਆਪ ਨੂੰ ਦੇਹ ਤੋਂ ਵੱਖ ਵੇਖਦਾ ਹੈ।
ਉਸ ਵਿਦਵਾਨ ਦੇ ਚਿੱਤ ਦੀ ਭੂਮਿਕਾ ਸੁਣੋ। ਜਦ ਬੇਅੰਤ ਚੇਤਨ ਤੱਤ ਦੀ ਭਾਵਨਾ ਹੁੰਦੀ ਹੈ ਤੇ ਜੀਵ ਦ੍ਰਿਸ਼ ਨੂੰ ਤਿਆਗ ਕੇ ਆਤਮ ਸਰੂਪ ਨੂੰ ਜਾਣ ਲੈਂਦਾ ਹੈ, ਤਦ ਉਹ ਸਾਰੇ ਜਗਤ ਨੂੰ ਆਪਣਾ ਅੰਗ ਹੀ ਵੇਖਦਾ ਹੈ, ਭਾਵ ਹਰ ਜਗ੍ਹਾ ਆਪਣਾ ਸਰੂਪ ਵੇਖਦਾ ਹੈ। ਇਸ ਤਰ੍ਹਾਂ ਜੋ ਆਤਮ ਸਰੂਪ ਵੇਖਦਾ ਹੈ, ਉਸ ਨੂੰ ਜੀਵ ਪੁਣਾ ਆਦਿਕ ਭਰਮ ਕਿੱਥੇ ਹੈ। ਜਦ ਅਗਿਆਨ ਭਰਮ ਨਿਵਰਤ ਹੁੰਦਾ ਹੈ, ਤਦ ਪਰਮ ਅਦਵੈਤ ਦਰਜਾ ਉਦੈ ਹੁੰਦਾ ਹੈ। ਜਿਵੇਂ ਰਾਤ ਦੇ ਖਤਮ ਹੋਣ 'ਤੇ ਸੂਰਜ ਚੜ੍ਹਦਾ ਹੈ, ਤਿਵੇਂ ਹੀ ਮੋਹ ਦੇ ਨਿਵਰਤ ਹੋਣ 'ਤੇ ਆਤਮ ਤੱਤ ਦਾ ਮਿਲਾਪ ਹੁੰਦਾ ਹੈ, ਤੇ ਜਦ ਸਰੂਪ ਦਾ ਮੇਲ ਹੁੰਦਾ ਹੈ, ਤਦ ਚਿੱਤ ਨਸ਼ਟ ਹੋ ਜਾਂਦਾ ਹੈ। ਜਿਵੇਂ ਸੁੱਕਾ ਪੱਤਾ ਅੱਗ ਵਿੱਚ ਸੜ ਜਾਂਦਾ ਹੈ, ਤਿਵੇਂ ਹੀ ਗਿਆਨਵੰਤ ਦੀ ਚਿੱਤ ਉਪਾਦ ਨਸ਼ਟ ਹੋ ਜਾਂਦੀ ਹੈ। ਹੇ ਰਾਮ ਜੀ, ਜੋ ਜੀਵਨ ਮੁਕਤ ਮਹਾਤਮਾ ਤੇ ਸਰਬ ਸ਼੍ਰੇਸ਼ਟ ਮਨੁੱਖ ਹਨ, ਜਿਸ ਨੂੰ ਹਰ ਥਾਂ ਬ੍ਰਹਮ ਹੀ ਦਿਸਦਾ ਹੈ, ਉਸ ਦਾ ਚਿੱਤ ਸੱਚੇ ਦਰਜੇ ਨੂੰ ਪ੍ਰਾਪਤ ਹੁੰਦਾ ਹੈ। ਉਹ ਚਿੱਤ ਸਤ ਅਖਾਉਂਦਾ ਹੈ ਤੇ ਉਸ ਵਿੱਚ ਵਾਸ਼ਨਾ ਵੀ ਨਹੀਂ ਦਿਸਦੀ। ਉਹ ਚੇਤਨ ਮਨ ਹੈ ਤੇ ਉਹ ਚਿੱਤ ਸੱਚੇ ਦਰਜੇ ਨੂੰ ਪ੍ਰਾਪਤ ਹੋਇਆ ਹੁੰਦਾ ਹੈ। ਇਹ ਜਗਤ ਗਿਆਨਵੰਤ ਨੂੰ ਲੀਲਾ ਮਾਤਰ ਜਗਤ ਲੱਗਦਾ ਹੈ। ਉਹ ਹਿਰਦੇ ਤੋਂ ਸ਼ਾਂਤੀ ਰੂਪ ਤੇ ਸਦਾ ਤ੍ਰਿਪਤ ਹੈ। ਉਸ ਨੂੰ ਸਦਾ ਆਤਮ ਜੋਤ ਪ੍ਰਤੀਤ ਹੁੰਦੀ ਹੈ। ਵਿਵੇਕ ਰਾਹੀਂ ਉਸ ਦੇ ਚਿੱਤ ਤੋਂ ਜਗਤ ਦੀ ਸੱਤਾ ਨਿਵਰਤ ਹੋ ਗਈ ਹੈ ਤੇ ਉਸ ਨੇ ਸਰੂਪ ਵਿੱਚ ਸਥਿਤੀ ਪਾਈ ਹੈ। ਇਹ ਚਿੱਤ ਸੱਤਾ ਅਖਾਉਂਦੀ ਹੈ। ਫਿਰ ਉਹ ਕਰਮ ਚੇਸ਼ਟਾ ਕਰਦਾ ਵੀ ਦਿਸਦਾ ਹੈ ਤੇ ਮੋਹ ਨੂੰ ਨਹੀਂ ਪ੍ਰਾਪਤ ਹੁੰਦਾ। ਜਿਵੇਂ ਭੁੰਨਿਆ ਬੀਜ ਨਹੀਂ ਉਗਦਾ, ਤਿਵੇਂ ਹੀ ਗਿਆਨੀ ਦੀ ਚੇਸ਼ਟਾ ਜਨਮ ਦਾ ਕਾਰਨ ਨਹੀਂ ਹੁੰਦੀ। ਪਰ ਜੋ ਅਗਿਆਨੀ ਹਨ, ਉਹਨਾਂ ਦੀ ਵਾਸ਼ਨਾ ਮੋਹ ਵਾਲੀ ਹੈ। ਜਿਵੇਂ ਕੱਚਾ ਬੀਜ ਉਗਦਾ ਹੈ, ਤਿਵੇਂ ਹੀ ਅਗਿਆਨੀ ਵਾਸ਼ਨਾ ਕਰਕੇ ਮੁੜ ਮੁੜ ਜੰਮਦਾ ਹੈ। ਪਰ ਜਿਸ ਚਿੱਤ ਦਾ ਲਗਾਓ ਨਿਵਰਤ ਹੋ ਗਿਆ ਹੈ, ਉਸ ਦੀ ਵਾਸ਼ਨਾ ਜਨਮ ਦਾ ਕਾਰਨ ਨਹੀਂ ਹੁੰਦੀ। ਉਹ ਚਿੱਤ ਸੱਤਾ ਅਖਾਉਂਦੀ ਹੈ। ਹੇ ਰਾਮ, ਜਿਨ੍ਹਾਂ ਪੁਰਸ਼ਾਂ ਨੇ ਪਾਉਣ ਯੋਗ ਦਰਜਾ ਪਾਇਆ ਹੈ ਤੇ ਗਿਆਨ ਦੀ ਅੱਗ ਨਾਲ ਚਿੱਤ ਬਾਲਿਆ ਹੈ, ਉਹ ਮੁੜ ਨਹੀਂ ਜੰਮਦੇ। ਜੋ ਕੁਛ ਜਗਤ ਹੈ, ਉਹੀ ਸਭ ਉਹਨਾਂ ਦੀ ਨਜ਼ਰ ਵਿੱਚ ਬ੍ਰਹਮ ਰੂਪ ਹੈ। ਜਿਵੇਂ ਰੁੱਖ ਤੇ ਬ੍ਰਿਛ ਨਾਮਾਤਰ ਨੂੰ ਦੋ ਹਨ, ਪਰ ਅਸਲ ਵਿੱਚ ਇੱਕ ਹੀ ਹਨ, ਤਿਵੇਂ ਹੀ ਬ੍ਰਹਮ ਤੇ ਜਗਤ ਨਾਮਾਤਰ ਨੂੰ ਦੋ ਹਨ, ਪਰ ਅਸਲ ਵਿੱਚ ਇੱਕ ਹੀ ਹਨ। ਜਿਵੇਂ ਪਾਣੀ ਵਿੱਚ ਲਹਿਰ ਤੇ ਬੁਲਬੁਲੇ ਪਾਣੀ ਰੂਪ ਹਨ, ਤਿਵੇਂ ਹੀ ਬ੍ਰਹਮ ਵਿੱਚ ਜਗਤ ਬ੍ਰਹਮ ਰੂਪ ਹੈ। ਚੇਤਨ ਆਤਮਾ ਰੂਪੀ ਮਿਰਚ ਵਿੱਚ ਜਗਤ ਰੂਪੀ ਤਿੱਖਾਪਨ ਹੈ। ਹੇ ਰਾਮ, ਅਜਿਹੇ ਬ੍ਰਹਮ ਤੁਸੀਂ ਹੋ। ਜੇ ਤੁਸੀਂ ਆਖੋ ਕਿ ਮੈਂ ਚਿੱਤ ਨਹੀਂ, ਤਾਂ ਇਹ ਕੁਛ ਮੰਨਿਆ ਜਾਂਦਾ ਹੈ। ਕਿਉਂਕਿ ਜੇ ਤੁਸੀਂ ਆਖੋ ਕਿ ਮੈਂ ਜੜ ਹਾਂ, ਤਾਂ ਤੁਸੀਂ ਆਕਾਸ਼ ਵਾਂਗ ਹੋਏ। ਤੁਹਾਡੇ ਵਿੱਚ ਫਿਰ ਕਲਣਾ ਦਾ ਜ਼ਿਕਰ ਕਿਵੇਂ ਹੋਵੇ। ਜੇ ਚੇਤਨ ਹੋ ਤਾਂ ਸੋਗ ਕਿਸ ਦਾ ਕਰਦੇ ਹੋ, ਤੇ ਜੇ ਗਿਆਨਮਈ ਬ੍ਰਹਮ ਹੋ ਤਾਂ ਬਿਨਾਂ ਯਤਨ ਆਦ ਅੰਤ ਤੋਂ ਰਹਿਤ ਹੋਏ। ਆਖਰ ਸਭ ਤੁਸੀਂ ਹੀ ਹੋ। ਆਪਣੇ ਸਰੂਪ ਨੂੰ ਯਾਦ ਕਰੋ, ਤਦ ਸ਼ਾਂਤੀ ਹਾਸਲ ਕਰੋਗੇ। ਤੁਸੀਂ ਸਾਰੇ ਭਾਵਾਂ ਵਿੱਚ ਟਿਕੇ ਹੋਏ ਤੇ ਸਾਰਿਆਂ ਨੂੰ ਉਦੈ ਕਰਨ ਵਾਲੇ ਸ਼ਾਂਤ ਰੂਪ ਚੇਤਨ ਬ੍ਰਹਮ ਸਰੂਪ ਹੋ। ਹੇ ਰਾਮ ਜੀ, ਅਜਿਹੀ ਜੋ ਚੇਤਨ ਰੂਪੀ ਸ਼ੀਲਾ ਹੈ, ਉਸ ਦੇ ਉਦੈ ਵਿੱਚ ਵਾਸ਼ਨਾ ਰੂਪੀ ਫੁਰਨਾ ਕਿੱਥੇ ਹੋਵੇ। ਉਹ ਤਾਂ ਬਹੁਤ ਠੋਸ ਰੂਪ ਹੈ। ਹੇ ਰਾਮ, ਜੇ ਤੁਸੀਂ ਹੋ, ਉਹੀ ਬ੍ਰਹਮ ਹੈ। ਉਸ ਵਿੱਚ ਤੇ ਤੁਹਾਡੇ ਵਿੱਚ ਕੁਛ ਅੰਤਰ ਨਹੀਂ।
ਉਹੀ ਬ੍ਰਹਮ ਸਤ ਤੇ ਅਸਤ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ। ਉਸ ਅੰਦਰ ਸਾਰੇ ਪਦਾਰਥ ਹਨ। ਉਸ ਵਿੱਚ ਵਕਪੁਣਾ ਤੇ ਮੇਰਾ ਤੇਰਾ, ਮੂਰਖ ਸਮਝਦਾਰ ਦਾ ਕੁਛ ਫੁਰਨਾ ਨਹੀਂ। ਅਜਿਹਾ ਜੋ ਸਤ ਰੂਪ ਬਹੁਤ ਡੂੰਘਾ ਬ੍ਰਹਮਮਈ ਆਤਮਾ ਹੈ, ਉਸ ਨੂੰ ਨਮਸਕਾਰ ਹੈ। ਹੇ ਰਾਮ ਜੀ, ਤੁਹਾਡੀ ਜੈ ਹੋਵੇ। ਤੁਸੀਂ ਆਦ ਤੇ ਅੰਤ ਤੋਂ ਰਹਿਤ ਵਿਸ਼ਾਲ ਹੋ। ਸ਼ਿਲਾ ਦੀ ਤਰ੍ਹਾਂ ਠੋਸ, ਗਹਿਰ, ਗੰਭੀਰ ਸਰੂਪ ਤੇ ਆਕਾਸ਼ ਵਾਂਗ ਨਿਰਮਲ ਹੋ। ਜਿਵੇਂ ਸਮੁੰਦਰ ਵਿੱਚ ਲਹਿਰਾਂ ਹਨ, ਤਿਵੇਂ ਹੀ ਤੁਹਾਡੇ ਵਿੱਚ ਜੋ ਜਗਤ ਹੈ ਸੋ ਲੀਲਾ ਮਾਤਰ ਹੈ। ਤੁਸੀਂ ਆਪਣੇ ਡੂੰਘੇ ਸਰੂਪ ਵਿੱਚ ਟਿਕੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।